ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦੀ ਬਾਣੀ। ਕੱਲ ਆਪਾਂ ਵਿਚਾਰਦੇ ਸੀ ਕਿ ਜਦੋਂ ਪਰਮੇਸ਼ਰ ਸੱਚੇ ਪਾਤਸ਼ਾਹ ਕਿਸੇ ਜੀਵ ਤੇ ਦਇਆ ਕਰਦਾ ਹੈ ਫਿਰ ਉਸ ਨੂੰ ਗੁਰ ਦੀ ਮੱਤ ਦਿੰਦਾ ਹੈ ਤੇ ਗੁਰ ਦੀ ਮੱਤ ਦੁਆਰਾ ਦੁਰਮਤ ਹੈ ਜਿਹੜੀ ਮਨ ਦੀ ਜੀਵ ਦੀ ਉਹ ਖਤਮ ਹੋ ਜਾਂਦੀ ਹੈ ਤੇ ਫਿਰ ਉਹੀ ਮਾਲਕ ਪਰਮੇਸ਼ਰ ਜਿਸ ਨੂੰ ਅਸੀਂ ਕਿਤੇ ਦੂਰ ਸਮਝਦੇ ਸੀ ਹਰ ਪਾਸੇ ਪ੍ਰਗਟ ਹੋ ਜਾਂਦਾ ਹੈ। ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਤ ਹੈ ਏਕੋ ਸੋਈ। ਫਿਰ ਜਿੱਧਰ ਦੇਖਦੇ ਇੱਕ ਪਰਮੇਸ਼ਰ ਹੀ ਹੈ। ਕਹਿਤ ਨਾਨਕ ਐਸੀ ਮਤ ਆਵੈ ਤਾਕੋ ਸੱਚੇ ਸਤ ਸਮਾਵੈ। ਐਸੀ ਮਤ ਆ ਜਾਵੇ ਜੀਵ ਨੂੰ ਗੁਰ ਦੇ ਗਿਆਨ ਦੁਆਰਾ, ਜਦੋਂ ਗੁਰ ਨੂੰ ਕਮਾ ਲੈਂਦਾ ਹੈ ਸੱਚ ਦੇ ਵਿੱਚ ਸਮਾ ਜਾਂਦਾ ਹੈ, ਕਿਉਂਕਿ ਆਪਾਂ ਉਸ ਦੇ ਵਿੱਚ ਵਸਦੇ ਹਾਂ। ਲੇਕਿਨ ਅਸੀਂ ਆਪਣੇ ਆਪ ਨੂੰ ਭੁੱਲ ਕੇ ਅਸੀਂ ਆਪਣੇ ਆਪ ਨੂੰ ਧਨ ਸਮਝ ਲਿਆ ਹੈ ਤੇ ਪਰਮੇਸ਼ਰ ਨੂੰ ਵੀ ਅਸੀਂ ਕਿਸੇ ਆਕਾਰ ਦੇ ਵਿੱਚ ਦੇਖਦੇ ਹਾਂ। ਲੇਕਿਨ ਪਰਮੇਸ਼ਰ ਵੀ ਪ੍ਰਕਾਸ਼ ਰੂਪ ਹੈ, ਹਰ ਥਾਂ ਹੈ, ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹ ਨਹੀਂ ਹੈ। ਤੇ ਸਾਡਾ ਵੀ ਪ੍ਰਕਾਸ਼ ਰੂਪ ਹੈ ਜੋ ਕਿ ਗੁਰ ਦੇ ਗਿਆਨ ਦੁਆਰਾ ਸਾਨੂੰ ਆਪਣੇ ਰੂਪ ਦੀ ਸੋਝੀ ਹੁੰਦੀ ਹੈ ਤੇ ਫਿਰ ਸਾਨੂੰ ਪਹਿਚਾਨ ਹੁੰਦੀ ਹੈ ਨਿਰੰਕਾਰ ਦੀ। ਤੇ ਫਿਰ ਜਿੱਧਰ ਦੇਖਦੇ ਉੱਧਰ ਹੀ ਹੈ। ਫਿਰ ਆਪਾਂ ਉਸ ਵਿੱਚ ਵਸਦੇ ਹਾਂ, ਉਹ ਸਾਡੇ 'ਚ ਵਸਦਾ ਹੈ। ਜੋਤ ਜੋਤ ਦੇ ਵਿੱਚ ਸਮਾ ਜਾਂਦੀ, ਇੱਕਮਿਕ ਹੋ ਜਾਂਦੀ ਹੈ, ਜਿਵੇਂ ਬੂੰਦ ਸਾਗਰ ਸਮਾ ਜਾਂਦੀ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਸ਼ਬਦ ਹੈ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਦੁਪਦੇ ਨੇ। ਜਿਵੇਂ ਆਪਾਂ ਪੰਚਪਦੇ ਵਿਚਾਰੇ, ਫਿਰ ਚੌਪਦੇ ਵਿਚਾਰੇ, ਇਹ ਦੁਪਦੇ ਨੇ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਮਨ ਏਕ ਨ ਚੇਤਸ ਮੂੜ ਮਨਾ। ਮਨ ਇੱਕ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਬੋਲਦਾ ਹੈ। ਬਹੁਤ ਸਾਰੇ ਜੀਵ ਮੁੱਖੋਂ ਤਾਂ ਕਹਿੰਦੇ ਨੇ, ਪਰ ਚਿੱਤ ਦੇ ਵਿੱਚ ਕਿਵੇਂ ਵਸਾਉਣਾ ਹੈ? ਕਿਉਂਕਿ ਜਦ ਤੱਕ ਅਸੀਂ ਦੇਖਿਆ ਨਹੀਂ, ਸਾਡੇ ਚਿੱਤ ਦੇ ਵਿੱਚ ਨਹੀਂ ਵਸਦਾ, ਸਾਡੇ ਮਨ ਵਿੱਚ ਨਹੀਂ ਵਸਦਾ। ਇਸ ਕਰਕੇ ਇਹ ਮੂਰਖ ਹੈ, ਮਨ ਚੇਤਦਾ ਨਹੀਂ ਹੈ। ਮਨ ਏਕ ਨ ਚੇਤਸ ਮੂੜ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ। ਹਰੀ ਨੂੰ ਵਿਸਰ ਗਿਆ, ਚੇਤਦਾ ਨਹੀਂ। ਜਿਹੜੇ ਗੁਣ ਸੀ ਇਸ ਦੇ ਅੰਦਰ ਉਹ ਵੀ ਸਾਰੇ ਇਸ ਤੋਂ ਜੋ ਹੈ ਗੁਣ ਵੀ, ਜੋ ਆਪਾਂ ਕਹਿ ਸਕਦੇ ਹਾਂ ਕਿ ਗੁਣਾਂ ਤੋਂ ਇਹ ਹੀਣਾ ਹੋ ਗਿਆ, ਖੋ ਗਏ। ਇਸ ਨੂੰ ਗੁਣਾਂ ਦਾ ਗਿਆਨ ਨਹੀਂ ਰਿਹਾ। ਔਗਣ ਮਨ ਵਿੱਚ ਵਸ ਗਏ ਤੇ ਗੁਣਾਂ ਨੂੰ ਇਹ ਭੁੱਲ ਗਿਆ।
ਸ਼ਬਦ ਸ਼ੁਰੂ ਕਰਦੇ ਹਾਂ। ਤਿਤ ਸਰਵੜਾ ਪਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਬਈ ਸਾਰੇ ਹੀ ਉੱਥੇ ਵਾਸਾ ਹੈ ਜਿਹਦੇ ਵਿੱਚ ਜੋ ਪਾਣੀ ਪਾਵਕ, ਪਾਣੀ ਦੇ ਵਿੱਚ ਅਗਨ ਹੈ, ਪੌਣ ਦੇ ਵਿੱਚ ਪਾਣੀ ਹੈ, ਪਾਣੀ ਦੇ ਵਿੱਚ ਅਗਨ ਹੈ। ਇੱਦਾਂ ਇਹ ਸਾਰਾ ਸੰਸਾਰ ਹੈ, ਤੇਰਾ ਗੁਣਾ ਤੋਂ ਦੀ ਸ੍ਰਿਸ਼ਟੀ ਹੈ ਇਹ। ਤੇ ਤ੍ਰੈ ਗੁਣਾ ਦੇ ਵਿੱਚ ਜੀਵ ਜੋ ਹੈ ਉਲਝ ਗਿਆ ਹੈ, ਮਨ ਦਾ ਵਾਸਾ ਤ੍ਰੈ ਗੁਣਾ ਦੇ ਵਿੱਚ ਹੋ ਗਿਆ ਹੈ ਤੇ ਆਪਣੇ ਘਰ ਨੂੰ ਇਹ ਭੁੱਲ ਗਿਆ ਹੈ। ਤੇ ਇੱਥੇ ਕੀ ਹੈ, ਇਹ ਤ੍ਰੈ ਗੁਣ ਜਿਹੜੀ ਹੈ, ਜਿਵੇਂ ਚਿੱਕੜ ਹੋਵੇ, ਪਾਣੀ ਮਿੱਟੀ ਇਕੱਠੇ ਹੋ ਜਾਂਦੇ ਨੇ, ਦਲਦਲ ਜਿੱਥੇ ਬਹੁਤ ਜ਼ਿਆਦਾ ਦਲਦਲ ਹੋ ਜਾਂਦੀ ਹੈ, ਚਿੱਕੜ ਹੋ ਜਾਂਦਾ ਹੈ, ਉਵੇਂ ਹੀ ਇਹ ਤ੍ਰੈ ਗੁਣ ਜਿਹੜੀ ਮਾਇਆ ਹੈ ਇਹ ਮਨ ਦੇ ਵਾਸਤੇ ਚਿੱਕੜ ਨੇ। ਪੰਕਜ ਜਿਹੜਾ ਮੋਹ ਹੈ ਸੰਸਾਰ ਦਾ, ਮੋਹ ਨੂੰ ਪੰਕਜ ਗਿਆ, ਚਿੱਕੜ ਗਿਆ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਚਿੱਕੜ ਦੇ ਵਿੱਚ ਤੁਰ ਨਹੀਂ ਹੁੰਦਾ, ਦਲਦਲ ਦੇ ਵਿੱਚ ਜੀਵ ਥੱਲੇ ਧੱਸਦਾ ਜਾਂਦਾ ਹੈ। ਇੱਦਾਂ ਹੀ ਸਾਡਾ ਮਨ ਹੈ, ਇਸ ਚਿੱਕੜ ਦੇ ਵਿੱਚ ਫਸ ਗਿਆ ਹੈ, ਧੱਸਦਾ ਜਾ ਰਿਹਾ ਵਿੱਚ, ਕਿਉਂਕਿ ਗੁਣ ਹੈ ਨਹੀਂ, ਕਿਵੇਂ ਨਿਕਲਣਾ ਸੀ। ਹਮ ਦੇਖਾ ਤਹ ਡੂਬੀ ਅਲੇ, ਤੇ ਸਮਝਾਉਂਦੇ ਨੇ ਕਿ ਅਸੀਂ ਦੇਖ ਰਹੇ ਸਾਰਾ ਸੰਸਾਰ ਤ੍ਰੈ ਗੁਣਾ ਦੇ ਭਵਸਾਗਰ ਦੇ ਵਿੱਚ ਡੁੱਬ ਰਿਹਾ ਹੈ, ਚਿੱਕੜ ਦੇ ਵਿੱਚ ਫਸਿਆ ਹੈ, ਨਿਕਲ ਨਹੀਂ ਸਕਦਾ ਤੇ ਆਪਣਾ ਜੀਵਨ ਇੱਥੇ ਗੁਆ ਜਾਂਦਾ ਹੈ, ਫਸਿਆ ਚਿੱਕੜ ਦੇ ਵਿੱਚ, ਮੋਹ ਦੇ ਵਿੱਚ। ਨਾ ਹੋ ਜਤੀ ਸਤੀ ਨਹੀਂ ਪੜਿਆ। ਇੱਦਾਂ ਜਦੋਂ ਜੀਵ ਨੂੰ ਸੋਝੀ ਆਉਂਦੀ ਹੈ, ਗਿਆਨ ਹੁੰਦਾ ਹੈ ਕਿ ਅਸੀਂ ਤਾਂ ਚਿੱਕੜ 'ਚ ਫਸੇ ਹਾਂ, ਮੋਹ 'ਚ ਫਸੇ ਹਾਂ, ਪ੍ਰਭੂ ਨੂੰ ਚੇਤਿਆ ਨਹੀਂ ਹੈ ਤੇ ਨਿਕਲ ਵੀ ਨਹੀਂ ਸਕਦੇ। ਨਾ ਅਸੀਂ ਕਦੇ ਜਤ ਦਾ ਗਿਆਨ ਲਿਆ, ਜਤੀ ਕੌਣ ਹੈ, ਸਤੀ ਕੌਣ ਹੈ, ਕਿਉਂਕਿ ਮਨ ਨੇ ਕਦੋਂ ਜਤੀ ਹੋਣਾ ਹੈ, ਕਦੋਂ ਸਤੀ ਹੋਣਾ ਹੈ, ਉਸ ਦਾ ਗਿਆਨ ਨਹੀਂ ਹੈ, ਪੜ੍ਹਿਆ ਨਹੀਂ ਅਸੀਂ। ਮੂਰਖ ਮੁਗਦਾ ਜਨਮ ਪਿਆ, ਤੇ ਜਿਹੜਾ ਸਾਰਾ ਸਾਡਾ ਜਨਮ ਹੈ ਮੂਰਖ ਦੀ ਨਿਆਈ ਅਸੀਂ ਜੀ ਰਹੇ ਹਾਂ, ਕਿਉਂਕਿ ਉਹ ਗਿਆਨ ਹੀ ਨਹੀਂ ਲਿਆ ਕਿ ਮਨ ਦਾ ਜਤ ਸਤ ਕੀ ਹੈ। ਮਨ ਨੇ ਕਿਸ ਦੇ ਨਾਲ ਜੁੜਨਾ ਹੈ, ਕਿਸ ਨੂੰ ਤਿਆਗਣਾ ਹੈ, ਇਹ ਗਿਆਨ ਨਹੀਂ ਲਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾ ਹੀ ਵਿਸਰਿਆ। ਹੇ ਪ੍ਰਭੂ, ਤੂੰ ਸਾਨੂੰ ਐਸੇ ਜਨਾਂ ਦੀ ਸ਼ਰਨ ਦੇ ਵਿੱਚ ਰੱਖ, ਜਾਂ ਐਸੇ ਜਨਾਂ ਦੀ ਸੰਗਤ ਬਖਸ਼ਿਸ਼ ਕਰ ਜਿਨ੍ਹਾਂ ਨੂੰ ਤੂੰ ਵਿਸਰਿਆ ਨਹੀਂ ਹੈ, ਕਿਉਂਕਿ ਸਾਨੂੰ ਤਾਂ ਵਿਸਰ ਗਿਆ ਹੈ, ਵਿਸਰਨ ਕਰਕੇ ਸਾਡੇ ਗੁਣ ਖਤਮ ਹੋ ਗਏ ਨੇ। ਹੁਣ ਔਗਣ ਨੇ ਤੇ ਗੁਣ ਜਦ ਤੱਕ ਦਿੰਦਾ ਨਹੀਂ ਪ੍ਰਭੂ ਸਾਨੂੰ ਪ੍ਰਾਪਤ ਨਹੀਂ ਹੁੰਦੇ, ਤੇ ਉਦੋਂ ਤੱਕ ਭਗਤੀ ਨਹੀਂ ਹੁੰਦੀ, ਸਾਨੂੰ ਜਤ ਸਤ ਦਾ ਭੇਦ ਨਹੀਂ ਆਉਂਦਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਤੇ ਜਿਨ੍ਹਾਂ ਨੂੰ ਵਿਸਰਿਆ ਨਹੀਂ, ਜਿਨ੍ਹਾਂ ਦੇ ਹਿਰਦੇ 'ਚ ਵਸਦਾ ਹੈ, ਉਹਨਾਂ ਦੁਆਰਾ ਫਿਰ ਸਾਨੂੰ ਉਹ ਗੁਣ ਮਿਲਦੇ ਨੇ, ਜਿਹੜੇ ਗੁਣਾਂ ਦੇ ਨਾਲ ਸਾਡੇ ਅੰਦਰੋਂ ਅਵਗੁਣ ਖਤਮ ਹੋ ਜਾਂਦੇ ਨੇ। ਜਿਵੇਂ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਗੁਰ ਪ੍ਰਸਾਦੀ ਦੁਰਮਤ ਖੋਈ। ਤੇ ਫਿਰ ਮਨ ਜਿਹੜਾ ਹੈ ਉਸ ਪ੍ਰਭੂ ਦੇ ਨਾਲ ਮਿਲਾਪ ਕਰਦਾ ਹੈ, ਫਿਰ ਇਸ ਨੂੰ ਇੱਕ ਪਰਮੇਸ਼ਰ ਦੇ ਨਾਲ ਜੁੜਦਾ ਹੈ। ਇਸ ਦਾ ਜਤ ਸਤ ਕੀ ਹੈ ਕਿ ਇੱਕ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ, ਇੱਕ ਤੋਂ ਬਿਨਾਂ ਕਿਸੇ ਨੂੰ ਪੂਜਦਾ ਨਹੀਂ, ਇੱਕ ਤੋਂ ਬਿਨਾਂ ਕਿਸੇ ਦੀ ਸਿਫਤ ਸਲਾਹ ਨਹੀਂ ਕਰਦਾ। ਇੱਕ ਕੋ ਜਪ, ਇੱਕ ਕੋ ਸਲਾਹ, ਇੱਕ ਸਿਮਰ, ਇੱਕ ਕੋ ਮਨਾ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਫਿਰ ਇੱਕ ਦਾ ਹੋ ਜਾਂਦਾ ਹੈ, ਇੱਕ ਦੀ ਟੇਕ ਰੱਖਦਾ ਹੈ। ਇਹ ਸਾਡੇ ਜਤ ਸਤ ਹੈ। ਹੁਣ ਅਸੀਂ ਜਿਹੜਾ ਸੰਸਾਰ ਹੈ, ਕਦੇ ਕਿਸੇ ਦੇ ਕੋਲ ਦੌੜਦਾ ਹੈ, ਕਦੇ ਕਿਸੇ ਦੀ ਟੇਕ ਰੱਖਦਾ ਹੈ, ਤੇ ਪ੍ਰਭੂ ਨੂੰ
ਭੁੱਲ ਗਿਆ ਹੈ, ਵਿਸਰ ਗਿਆ ਹੈ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਬੜਾਈ ਤੋਂ ਹੈ। ਵੀ ਜਿਸ ਘਰ ਦੇ ਵਿੱਚ ਉਸ ਪ੍ਰਭੂ ਦੀ, ਪਰਮੇਸ਼ਰ ਦੀ ਕੀਰਤ ਹੁੰਦੀ ਹੈ, ਜਿੱਥੇ ਉਸ ਦੀ ਸਿਫਤ ਸਲਾਹ ਹੁੰਦੀ ਹੈ, ਪ੍ਰਭੂ ਦੀ, ਨਾ ਕਿ ਕੋਈ ਸੰਸਾਰ ਦੀ। ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿੱਥੇ ਵੀ ਦੇਖਦੇ ਹਾਂ ਕਿ ਪਰਮੇਸ਼ਰ ਦੀ ਕੋਈ ਕੀਰਤ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਦੀ ਕੀਰਤ ਕੀ ਹੈ? ਨਿਰਵਾਨ ਕੀਰਤਨ। ਇੱਕ ਨਿਮਖ ਗਾਉਣ ਦੇ ਨਾਲ ਛੁੱਟ ਜਾਂਦੇ ਹਨ, ਪਰ ਉਹ ਸੰਸਾਰ ਦੇ ਵਿੱਚ ਕੀਰਤ ਕਿਸ ਦੀ ਹੁੰਦੀ ਹੈ? ਦ੍ਰਿਸ਼ਟਮਾਨ ਦੀ, ਨਿਰੰਕਾਰ ਦੀ ਨਹੀਂ, ਹਰੀ ਦੀ ਨਹੀਂ, ਪਰਮੇਸ਼ਰ ਦੀ ਨਹੀਂ। ਪਰ ਜਿਸ ਘਰ ਦੇ ਵਿੱਚ ਉਸ ਦੀ ਕੀਰਤ ਹੁੰਦੀ ਹੈ, ਸੋ ਘਰ ਰਾਖ ਬੜਾਈ ਤੋਏ। ਉਹ ਘਰ ਹੈ, ਉੱਥੇ ਪ੍ਰਭੂ ਆਪ ਵਡਿਆਈ ਬਖਸ਼ਿਸ਼ ਕਰਦਾ ਹੈ। ਉਸ ਘਰ ਦੇ ਵਿੱਚ ਆਪ ਪ੍ਰਭੂ ਦਾ ਵਾਸਾ ਹੈ। ਉਸ ਸੰਗਤ ਦੇ ਵਿੱਚ ਆਪ ਪਰਮੇਸ਼ਰ ਵਸਦਾ ਹੈ। ਉੱਥੇ ਆਪ ਵਡਿਆਈ ਬਖਸ਼ਿਸ਼ ਕਰਦਾ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਛੇ ਘਰ, ਛੇ ਗੁਰ, ਛੇ ਉਪਦੇਸ਼। ਹੁਣ ਇਹ ਛੇ ਹੈ, ਛੱਛੇ ਨੂੰ ਸਿਹਾਰੀ ਹੈ, ਨਾਲ ਅੜਾ ਹੈ, ਜਿਸ ਨੂੰ ਗਿਣਤੀ ਦੇ ਵਿੱਚ ਦੇਖੀਏ ਆਪਾਂ 6 ਹਨ। ਵੈਸੇ 6 ਇੱਦਾਂ ਨਹੀਂ ਲਿਖਿਆ ਜਾਂਦਾ, 6 ਛੱਛੇ ਨੂੰ ਲਾਵਾਂ ਲਿਖਿਆ ਜਾਂਦਾ ਹੈ। ਜੋ ਅਰਥ ਕੀਤੇ ਗਏ ਨੇ, ਜੋ ਟੀਕਾ ਹੈ, ਉਸ ਦੇ ਵਿੱਚ 6 ਹੀ ਕੀਤਾ ਗਿਆ ਹੈ। 6 ਘਰ ਨੇ, 6 ਗੁਰ ਨੇ, 6 ਉਪਦੇਸ਼ ਨੇ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਉੱਥੇ 6 ਨਹੀਂ ਹੈ। ਏਕਾ ਬਾਣੀ, ਏਕੋ ਗੁਰ, ਏਕੋ ਉਪਦੇਸ਼। ਏਕਾ ਬਾਣੀ, ਏਕੋ ਸ਼ਬਦ, ਇੱਕ ਹੀ ਹੈ। ਏਕਾ ਬਾਣੀ, ਏਕੋ ਗੁਰ, ਏਕੋ ਸ਼ਬਦ ਵਿਚਾਰ। ਇਸ ਕਰਕੇ ਇੱਥੇ 6 ਹੋ ਸਕਦਾ ਹੈ। ਵੀ ਘਰ ਵੀ ਉਹੀ ਹੈ, ਕਿਉਂਕਿ ਸਾਰਿਆਂ ਦਾ ਮਾਲਕ ਦਾ ਇੱਕ ਹੀ ਘਰ ਹੈ, ਸੱਚਾ ਘਰ। ਤੇ ਗੁਰ ਵੀ ਉਹੀ ਹੈ, ਤੇ ਉਪਦੇਸ਼ ਵੀ ਉਹੀ ਹੈ। ਜਦੋਂ ਆਪਾਂ ਅਗਲੀ ਪੰਕਤੀ ਪੜ੍ਹਾਂਗੇ, ਗੁਰ ਗੁਰ ਏਕੋ, ਵੀ ਗੁਰ ਇੱਕੋ ਹੀ ਹੈ, ਬੇਸ ਅਨੇਕ। ਪਰ ਗੁਰ ਦੇਣ ਵਾਲੇ ਜਿਹੜੇ ਨੇ ਉਹ ਅਨੇਕਾਂ ਹੋਏ ਨੇ, ਕਿਉਂਕਿ ਇਹ ਜਿਹੜਾ ਗੁਰ ਹੈ, ਇਹ ਤ੍ਰੇਤੇ ਯੁੱਗ ਤੋਂ ਇਹ ਸ਼ੁਰੂ ਹੋਇਆ ਹੈ। ਕਿਉਂਕਿ ਸਤਯੁਗ ਦੇ ਵਿੱਚ ਇਸ ਦੀ ਲੋੜ ਨਹੀਂ ਪਈ, ਕਿਉਂਕਿ ਸਤਯੁਗ ਦੇ ਵਿੱਚ ਸਾਰੇ ਜਾਣਦੇ ਸੀ। ਜਦੋਂ ਬਾਣੀ ਪੜ੍ਹਦੇ ਹਾਂ, ਤ੍ਰੇਤੇ ਯੁੱਗ ਦੇ ਵਿੱਚ ਜੀਵ ਭਰਮ ਦੇ ਵਿੱਚ ਆਇਆ ਹੈ, ਜਿੱਥੇ ਤ੍ਰੇਤੇ ਯੁੱਗ ਦੇ ਜੋ ਅਵਤਾਰ ਸ਼੍ਰੀ ਰਾਮ ਜੀ ਹੋਏ ਨੇ, ਉਹਨਾਂ ਤੋਂ ਇਹ ਗਿਆਨ ਸ਼ੁਰੂ ਹੋਇਆ ਹੈ, ਜੋ ਕਿ ਹੈ ਸਤਯੁਗ ਵਿੱਚ ਵੀ ਇਹੀ ਸੀ। ਗੁਰ ਉਹੀ ਸੀ ਸਤਯੁਗ ਦੇ ਵਿੱਚ, ਕੋਈ ਚਾਰਾਂ ਯੁੱਗਾਂ ਦੇ ਵਿੱਚ ਇੱਕੋ ਸੀ, ਲੇਕਿਨ ਉੱਥੇ ਲੋੜ ਨਹੀਂ ਸੀ, ਕਿਉਂਕਿ ਸਾਰਿਆਂ ਨੂੰ ਗਿਆਨ ਸੀ। ਤ੍ਰੇਤੇ ਦੇ ਵਿੱਚ ਪਖੰਡ ਸ਼ੁਰੂ ਹੋਇਆ, ਭਰਮ ਸ਼ੁਰੂ ਹੋਇਆ, ਫਿਰ ਰਾਮ ਜੀ ਨੇ ਇਹ ਗਿਆਨ ਦਿੱਤਾ। ਫਿਰ ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਗਿਆਨ ਦਿੱਤਾ। ਫਿਰ ਕਲਯੁਗ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਪੁਰਸ਼
ਆਏ ਨੇ, ਕਿੰਨਿਆਂ ਕੁ ਨੂੰ ਪਰਮੇਸ਼ਰ ਨੇ ਜਨਾ ਕੇ ਇਹ ਗਿਆਨ ਦਵਾਇਆ ਹੈ? ਬਹੁਤ ਸਾਰੇ ਨੇ। ਇਸ ਕਰਕੇ ਅਨੇਕ ਨੇ, ਪਰ ਗੁਰ ਇੱਕੋ ਹੀ ਹੈ। ਗੁਰ ਗੁਰ ਏਕੋ, ਬੇਸ ਅਨੇਕ। ਵਿਸਵ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾ ਹੋਆ। ਹੁਣ ਉਸੇ ਪ੍ਰਭੂ ਨੇ, ਇੱਕ ਨੇ ਹੀ ਸਾਨੂੰ ਗਿਆਨ ਦੇਣ ਵਾਸਤੇ ਛੋਟੇ ਤੋਂ ਛੋਟੇ ਸਮੇਂ ਤੋਂ ਲੈ ਕੇ ਵੱਡੇ ਤੇ ਵੱਡੇ ਸਮੇਂ ਤੱਕ ਦਾ ਭੇਜ ਦਿੱਤਾ ਹੈ। ਵਿਸਵ ਚਸਿਆ ਬਹੁਤ ਛੋਟਾ ਛੋਟਾ ਸਮਾਂ ਹੈ, ਥੋੜਾ ਥੋੜਾ। ਤੇ ਫਿਰ ਘੜੀਆਂ, ਫਿਰ ਪਹਿਰ, 8 ਪਹਿਰ ਨੇ। ਫਿਰ ਥਿਤੀ, 15 ਤਿਥੀਆਂ ਆਉਂਦੀਆਂ ਨੇ। ਵਾਰ ਨੇ, 7 ਵਾਰ ਨੇ, 7 ਦਿਨ ਨੇ। ਫਿਰ ਮਹੀਨਾ ਹੈ, 12 ਮਹੀਨੇ ਦਾ 1 ਸਾਲ ਹੈ। ਇੱਦਾਂ ਇੱਕ ਸਿਸਟਮ ਬਣਾਇਆ ਹੈ। ਉਸ ਪਰਮੇਸ਼ਰ ਨੇ ਇੱਕ ਸਾਰਾ ਸਿਸਟਮ ਬਣਾ ਕੇ ਬ੍ਰਹਮੇ ਨੂੰ ਇਹ ਗਿਆਨ ਦਿੱਤਾ ਹੈ। ਵੇਦਾਂ ਦੇ ਵਿੱਚ ਲਿਖਾਇਆ ਹੈ ਆਪ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਬਰੇ ਮਾਂ ਬਾਰ ਥਿਤੀ ਕਰ, ਇਸ ਜਗ ਮੈਂ ਸੋਝੀ ਪਾਇੰਦਾ। ਵੀ ਸੰਸਾਰ ਸੋਝੀ ਦੇਣ ਵਾਸਤੇ ਇਹ ਲਿਖਾਇਆ ਹੈ। ਤੇ ਇਹ ਸਾਰਾ ਕੁਝ ਲੈ ਕੇ ਫਿਰ ਸੂਰਜ ਇੱਕੋ ਹੀ ਹੈ, ਪਰ ਰੁੱਤਾਂ ਅਨੇਕ ਬਣਾ ਦਿੱਤੀਆਂ ਹਨ। ਕਿਉਂਕਿ ਸੂਰਜ ਜਿਹੜਾ, ਚੰਦਰਮਾ, ਧਰਤੀ, ਇਹਨਾਂ ਦਾ ਜੋ ਚੱਲਣ ਦਾ ਚੱਕਰ ਹੈ, ਉਹ ਸਾਰਾ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕਿਤੇ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਸਿੱਧੀਆਂ ਪੈਂਦੀਆਂ ਨੇ, ਉੱਥੇ ਗਰਮੀ ਹੋ ਜਾਂਦੀ। ਕਿਤੇ ਸੂਰਜ ਦੂਰ ਚਲੇ ਜਾਂਦਾ ਹੈ, ਉਸ ਦੀਆਂ ਕਿਰਨਾਂ ਸਿੱਧੀਆਂ ਨਹੀਂ ਪੈਂਦੀਆਂ, ਸਿਆਲ ਹੋ ਜਾਂਦਾ ਹੈ, ਠੰਡ ਹੋ ਜਾਂਦੀ ਹੈ। ਕਿਤੇ ਬਸੰਤ ਹੋ ਜਾਂਦੀ ਹੈ, ਕਿਤੇ ਪਤਝੜ ਹੋ ਜਾਂਦੀ ਹੈ। ਇਹ ਨਹੀਂ ਵੀ ਹਰ ਸਮੇਂ ਹਰ ਥਾਂ ਇੱਕੋ ਜਿਹਾ ਮੌਸਮ ਨਹੀਂ ਰਹਿੰਦਾ, ਕਿਉਂਕਿ ਉਸਨੇ ਇਹ ਸਿਸਟਮ ਹੀ ਪ੍ਰਭੂ ਨੇ ਐਸਾ ਬਣਾਇਆ ਹੈ। ਜੇ ਆਪਾਂ ਦੇਖਦੇ ਹਾਂ, ਆਪਣੇ ਹੁਣ ਗਰਮੀ ਹੈ, ਆਸਟ੍ਰੇਲੀਆ ਵਗੈਰਾ ਉਹਨਾਂ ਕੰਟਰੀਆਂ ਦੇ ਵਿੱਚ ਠੰਡ ਹੈ, ਅਤੇ ਫਿਰ ਆਪਣੇ ਠੰਡ ਹੋ ਜਾਂਦੀ ਹੈ, ਉੱਥੇ ਗਰਮੀ ਹੋ ਜਾਂਦੀ ਹੈ। ਇੱਦਾਂ ਇੱਕ ਸਿਸਟਮ ਚੱਲ ਰਿਹਾ ਹੈ। ਇਹ ਕਿਸ ਦਾ ਹੈ? ਉਸੇ ਪ੍ਰਭੂ ਦਾ ਸਿਰਜਿਆ ਹੋਇਆ। ਅਤੇ ਫਿਰ ਗਿਆਨ ਵੀ ਦਿੱਤਾ ਹੈ। ਉਵੇਂ ਹੀ ਰੁੱਤਾਂ ਆਉਂਦੀਆਂ ਨੇ, ਉਵੇਂ ਹੀ ਸਮੇਂ ਨਾਲ ਦਿਨ ਚੜ੍ਹਦਾ ਹੈ, ਸੂਰਜ ਛਿਪ ਜਾਂਦਾ ਹੈ। ਐਸਾ ਸਿਸਟਮ ਬਣਿਆ ਹੈ ਉਸ ਪ੍ਰਭੂ। ਨਾਨਕ ਕਰਤੇ ਕੀਤੇ ਵੇਸ। ਇਹ ਵੇਸ ਕਿਸ ਦੇ ਨੇ? ਕਿਸ ਦਾ ਬਣਾਇਆ ਹੋਇਆ? ਸਾਰਾ ਉਸ ਪ੍ਰਭੂ ਦਾ ਹੀ ਹੈ। ਇਸ ਕਰਕੇ ਪਰ ਇਸ ਦੀ ਸੋਝੀ ਕਦੋਂ ਆਉਂਦੀ ਹੈ? ਜਿੱਥੇ ਉਸ ਪ੍ਰਭੂ ਦੀ ਕੀਰਤ ਕੀਤੀ ਜਾਂਦੀ, ਜਿਸ ਘਰ ਦੇ ਵਿੱਚ ਉਹ ਆਪ ਵਸਦਾ ਹੈ, ਜਿਸ ਸੰਗਤ ਵਿੱਚ ਆ ਬੈਠ ਕੇ ਆਪਣਾ ਗਿਆਨ ਕਰਵਾਉਂਦਾ ਹੈ, ਉੱਥੇ ਆਪ ਹੀ ਆਪਣੇ ਜਨਾਂ ਦੁਆਰਾ ਗੁਰ ਦਿੰਦਾ ਹੈ। ਕਿਸੇ ਦੀ ਵੀ ਡਿਊਟੀ ਲਾ ਸਕਦਾ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਹਾਂ, ਕੋਈ ਜੀਵ ਹੈ, ਕੋਈ ਮਾਲਕ ਹੈ, ਉਸਦੀ ਬਹੁਤ ਵੱਡਾ ਸ਼ੌਪ ਹੈ, ਅਤੇ ਉਹ ਕਿਸੇ ਨੂੰ ਉੱਥੇ ਸੌਦਾ ਵੇਚਣ ਵਾਸਤੇ ਲਾ ਸਕਦਾ ਹੈ। ਕੋਈ ਵੱਡਾ ਦਫ਼ਤਰ ਹੈ, ਉਸ ਦੇ ਵਿੱਚ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣ ਵਾਸਤੇ ਡਿਊਟੀ ਲਾ ਸਕਦਾ ਹੈ। ਇੱਦਾਂ ਹੀ ਪ੍ਰਭੂ ਆਪਣੇ ਪਿਆਰਿਆਂ ਨੂੰ, ਜਿਹੜੇ ਉਸ ਨੂੰ ਪਾ ਜਾਂਦੇ ਨੇ, ਉਹਨਾਂ ਨੂੰ ਇਹ ਗਿਆਨ ਦੇ ਕੇ ਡਿਊਟੀ ਲਾ ਦਿੰਦਾ ਹੈ ਵੀ ਤੁਸੀਂ ਆਹ ਭੇਤ ਦੇਣਾ ਹੈ ਘਰ ਦਾ, ਆਪਣੇ ਦਾ, ਜਿਸ ਘਰ ਤੋਂ ਅਸੀਂ ਭੁੱਲ ਚੁੱਕੇ ਹਾਂ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਆਓ ਆਸਾ ਮਹੱਲਾ ਤੀਜਾ।
ਆਸਾ ਘਰ ਤੀਜਾ ਮਹੱਲਾ ਪਹਿਲਾ। ਮਹੱਲੇ ਪਹਿਲੇ ਦਾ ਹੈ ਘਰ ਤੀਜਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਹੀ ਉਸ ਪਰਮੇਸ਼ਰ ਦੀ ਕਿਰਪਾ ਸਦਕਾ ਉਸ ਮਾਲਕ ਦਾ ਸਾਨੂੰ ਗਿਆਨ ਹੁੰਦਾ ਹੈ। ਇੱਕ ਗਿਆਨ ਜੋ ਹੈ ਗੁਰ ਦਾ ਗਿਆਨ ਹੈ, ਜੋ ਸੱਚੇ ਗੁਰ ਦਾ ਗਿਆਨ ਹੈ। ਪਰ ਕੌਣ ਦਿੰਦਾ ਹੈ? ਆਪ ਹੀ ਆਪਣੇ ਜਨਾਂ ਦੁਆਰਾ ਆਪਣਾ ਗਿਆਨ ਆਪ ਕਰਵਾਉਂਦਾ ਹੈ। ਜਿਵੇਂ ਆਪਾਂ ਪਿੱਛੇ ਵੀ ਵਿਚਾਰ ਕੇ ਆਏ ਹਾਂ, ਜਿਹੜੇ ਘਰ ਵਿੱਚ ਉਸ ਦੀ ਕੀਰਤ ਹੁੰਦੀ ਹੈ, ਜਦੋਂ ਆਪ ਆਪਣੀ ਕੀਰਤ ਦੇ ਵਿੱਚ ਕਿਸੇ ਨੂੰ ਲਾਉਂਦਾ ਹੈ, ਜਦੋਂ ਆਪਣੀ ਕਰਮ ਦੇ ਵਿੱਚ ਆਪ ਲਾਉਂਦਾ, ਆਪਣੀ ਉਸਤਤ ਦੇ ਵਿੱਚ ਆਪ ਲਾਉਂਦਾ ਹੈ। ਜਾਂ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ, ਗੁਰਬਾਣੀ ਜੋ ਕਹਿੰਦੀ ਹੈ ਕਿ ਕਥਨ ਵਾਲਾ ਆਪ ਹੈ, ਗਿਆਨ ਦੇਣ ਵਾਲਾ ਆਪ ਹੈ, ਤੇ ਸਾਡੇ 'ਚ ਬੈਠ ਕੇ ਸੁਣਨ ਵਾਲਾ ਵੀ ਆਪ ਕਥਾ ਆਪ ਸੁਣਨਾ ਹਾਲ ਆਪੇ ਇੱਕ ਆਪ ਵਿਸਥਾਰ। ਆਓ ਰਹੋ ਪੰਕਤੀਆਂ ਵਿਚਾਰਦੇ ਹਾਂ। ਪਹਿਲਾਂ ਹਰ ਕੇ ਨਾਮ ਬਿਨਾ ਜਗ ਧੰਦਾ। ਹਰੀ ਦੇ ਨਾਮ ਤੋਂ ਬਿਨਾ ਇਹ ਸੰਸਾਰ ਹੈ ਜਿਹੜਾ, ਧਰਮ ਵੀ ਇੱਕ ਧੰਦਾ ਬਣ ਗਿਆ ਹੈ। ਬਾਕੀ ਧੰਦੇ ਤਾਂ ਜੋ ਆਪਾਂ ਕਰਦੇ ਹਾਂ, ਕਿਉਂਕਿ ਉਹ ਤਾਂ ਪਾਏ ਗਏ ਨੇ, ਉਹ ਤਾਂ ਸਾਨੂੰ ਕਰਨੇ ਪੈਣੇ ਨੇ। ਕਰਮ ਇੰਦਰੀਆਂ ਦਿੱਤੀਆਂ ਨੇ, ਜਿਹਦੇ ਦੁਆਰਾ ਅਸੀਂ ਕਰਮ ਕਰਕੇ ਆਪਣੇ ਸੰਸਾਰਿਕ ਲੋੜਾਂ ਪੂਰੀਆਂ ਕਰਨੀਆਂ ਨੇ। ਸਾਰਿਆਂ ਵਾਸਤੇ ਕਰਮ ਬਣਿਆ ਹੈ, ਸਾਰੇ ਕਰਮ ਕਰਦੇ ਨੇ, ਉਹਨਾਂ ਦੀ ਇਹ ਕਿਰਤ ਪਾਈ ਗਈ ਹੈ। ਲੇਕਿਨ ਇੱਕ ਉਹ ਜੀਵ ਨੇ ਜਿਨ੍ਹਾਂ ਨੇ ਇਸ ਧਰਮ ਨੂੰ ਧੰਦਾ ਬਣਾ ਲਿਆ ਹੈ, ਨਾਮ ਨੂੰ ਭੁੱਲੇ ਹੋਏ ਜੀਵਾਂ ਨੇ। ਹਰ ਕੇ ਨਾਮ ਬਿਨਾ ਜਗਤ ਧੰਦਾ। ਜੇ ਬਹੁਤਾ ਸਮਝਾਈਐ ਭੋਲਾ ਪੀ ਸੋ ਅੰਧੋ ਅੰਧਾ। ਐਸੇ ਜੀਵ ਨੇ ਜਿਹੜੇ, ਜੇ ਇਹਨਾਂ ਨੂੰ ਸਮਝਾਉਣਾ ਵੀ ਚਾਹੀਏ, ਪਰ ਸਮਝਾਏਗਾ ਕੌਣ? ਜਿਸ ਨੂੰ ਇਹ ਸੋਝੀ ਦਿੱਤੀ ਹੈ। ਸੋਝੀ ਕਦੋਂ ਆਉਂਦੀ ਹੈ? ਜਦੋਂ ਜੀਵ ਆਪਣੀ ਮਤ ਛੱਡਦਾ ਹੈ, ਜਦੋਂ ਭੋਲਾ ਬਣਦਾ ਹੈ। ਭੋਲੇ ਭਾਲੇ ਮਿਲੇ ਰਘੁਰਾਇਆ। ਜੇ ਉਹ ਭੋਲਾ ਜੀਵ ਜਿਸ ਨੂੰ ਪ੍ਰਭੂ ਨੇ ਜਲਾ ਦਿੱਤਾ ਹੈ, ਇਸ ਜੋ ਧੰਦਾ, ਜਿਨ੍ਹਾਂ ਨੇ ਧੰਦਾ ਬਣਾਇਆ ਹੈ, ਜਿਨ੍ਹਾਂ ਨੂੰ ਆਪਾਂ ਪੰਡਤ ਵਿਦਵਾਨ ਲੋਕ ਕਹਿ ਦਿੰਦੇ ਹਾਂ, ਜੇ ਸਮਝਾਉਣਾ ਵੀ ਚਾਹੇ ਨਹੀਂ ਸਮਝ ਸਕਦਾ, ਕਿਉਂਕਿ ਉਹ ਗਿਆਨਵਾਨ ਨੇ ਅਤੇ ਉਸ ਨੂੰ ਮੂਰਖ ਕਹਿੰਦੇ ਨੇ। ਇਸ ਕਰਕੇ ਉਹਨਾਂ ਦਾ ਕੋਈ ਇਲਾਜ ਹੀ ਨਹੀਂ ਹੈ। ਜਿਹੜੇ ਗਿਆਨ ਤੋਂ ਅੰਧੇ ਨੇ, ਲੇਕਿਨ ਸਮਝਦੇ ਆਪਣੇ ਆਪ ਨੂੰ ਗਿਆਨੀ ਨੇ। ਹੈ ਅਗਿਆਨੀ ਗਿਆਨ ਤੋਂ ਹੀਣੇ, ਪਰ ਸਮਝਦੇ ਗਿਆਨੀ ਨੇ। ਜਿਨ੍ਹਾਂ ਇਹ ਧੰਦਾ ਬਣਾਇਆ ਹੈ, ਉਹਨਾਂ ਨੂੰ ਜੇ ਸਮਝਾਵਾਂਗੇ ਵੀ ਨਹੀਂ ਸਮਝ ਸਕਦੇ, ਕਿਉਂਕਿ ਸਮਝ ਕੌਣ ਸਕਦਾ ਹੈ ਜੇ ਕਿਸੇ ਨੂੰ ਕਹੇ ਵੀ ਮੈਨੂੰ ਗਿਆਨ ਨਹੀਂ ਹੈ, ਮੈਂ ਮੂਰਖ ਹਾਂ। ਜਿਹੜਾ ਖੁਦ ਹੀ ਗਿਆਨਵਾਨ ਹੈ ਉਹ ਨਹੀਂ ਸਮਝ ਸਕਦਾ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ। ਸ਼ਬਦ ਲੱਖ ਲਸ਼ਕਰ ਲੱਖ ਬਾਜੇ ਨੇਜੇ, ਲੱਖ ਉੱਠ ਕਰੇ ਸਲਾਮ। ਐਸੇ ਜੀਵ ਨੇ ਜਿਹੜੇ, ਜਿਨ੍ਹਾਂ ਨੇ ਧੰਦੇ ਦੁਆਰਾ ਸੰਸਾਰ ਦੇ ਵਿੱਚ ਬੜੀਆਂ ਵਡਿਆਈਆਂ ਵੀ ਪ੍ਰਾਪਤ ਕੀਤੀਆਂ ਨੇ, ਜਿਨ੍ਹਾਂ ਨੂੰ ਸੰਸਾਰ ਜਾਣਦਾ ਹੈ। ਅਤੇ ਉਹਨਾਂ ਬਾਰੇ ਫਿਰ ਲਿਖਦੇ ਨੇ, ਕਹਿੰਦੇ ਲੱਖ ਲਸ਼ਕਰ ਹੋਣ ਜੀਵ ਦੇ ਕੋਲ, ਫੌਜਾਂ ਹੋਣ, ਲੱਖ ਬਾਜੇ ਨੇਜੇ, ਲੱਖਾਂ ਹੀ ਸ਼ਸਤਰ ਹੋਣ, ਲੱਖ ਉੱਠ ਕਰੇ ਸਲਾਮ, ਲੱਖਾਂ ਲੋਕ ਉਸ ਨੂੰ ਉੱਠ ਕੇ ਸਲਾਮ ਵੀ ਕਰ, ਲੱਖਾਂ ਉੱਪਰ ਫਰਮਾਇਸ਼ ਤੇਰੀ, ਤੇ ਲੱਖਾਂ ਤੇ ਉਸ ਦਾ ਹੁਕਮ ਚੱਲਦਾ ਹੋਵੇ। ਜੋ ਕਹਿ ਦੇਣ, ਲੱਖਾਂ ਲੋਕਾਂ ਨੂੰ ਜੋ ਕਹਿ ਦੇਣ ਉਹ ਕਰਨ। ਅੱਜ ਹੈ ਐਸਾ ਬਹੁਤ, ਅੱਜ ਧੰਦਾ ਇੰਨਾ ਬਣਿਆ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜੀਵ ਜੁੜੇ ਨੇ, ਅਤੇ ਜੋ ਉਹ ਕਹਿ ਦੇਣ ਉਹ ਕਰਦੇ ਨੇ। ਆਪਾਂ ਦੇਖ ਚੁੱਕੇ ਹਾਂ। ਅਤੇ ਉਹਨਾਂ ਦੇ ਕੋਲ ਲਸ਼ਕਰ ਵੀ ਹੈ, ਉਹਨਾਂ ਦਾ
ਉਹਨਾਂ ਨੂੰ ਉੱਠ ਕੇ ਸਲਾਮ ਵੀ ਕਰਦੇ ਨੇ। ਉਹਨਾਂ ਦਾ ਫਰਮਾਇਸ਼ ਵੀ, ਉਹਨਾਂ ਦੀ ਹੁਕਮ ਵੀ ਚੱਲਦਾ ਹੈ ਅਤੇ ਉਹਨਾਂ ਨੂੰ ਸਤਿਕਾਰ ਵੀ ਦਿੰਦੇ ਨੇ। ਲੱਖ ਉੱਠ ਰਾਖੈ ਮਨ, ਜਾਂ ਪਤ ਲੇਖੈ ਨਾ ਪਵੇ, ਤਾਂ ਸਭ ਨਿਰਾਫਲ ਕੰਮ। ਜੇ ਪੱਤ ਹੀ ਲੇਖੇ ਵਿੱਚ ਨਹੀਂ ਪਈ, ਇੰਨਾ ਹੋਣ ਦੇ ਬਾਵਜੂਦ ਵੀ ਸਾਰਾ ਨੇਫਲ ਹੈ। ਲੱਖਾਂ ਲੋਕ ਸਲਾਮ ਕਰਨ, ਲੱਖਾਂ ਦੀ ਤਾਦਾਦ ਦੇ ਵਿੱਚ ਲਸ਼ਕਰ ਹੋਵੇ, ਸ਼ਸਤਰ ਹੋਣ ਅਤੇ ਲੱਖ ਉੱਠ ਕੇ ਸਲਾਮ ਕਰਦੇ ਹੋਣ, ਲੱਖ ਉਸ ਦੇ ਹੁਕਮ ਨੂੰ ਮੰਨਦੇ ਹੋਣ, ਲੱਖ ਉਸ ਨੂੰ ਉੱਠ ਕੇ ਮਾਣ ਦਿੰਦੇ ਹੋਣ, ਪਰ ਜੇ ਅੱਗੇ ਪਰਮੇਸ਼ਰ ਦੇ ਪੱਥ ਉਸ ਦੀ ਪਰਵਾਹ ਨਹੀਂ ਹੋਈ ਤਾਂ ਸਾਰਾ ਉਸ ਦਾ ਨਿਫਲ ਹੈ। ਹਰੀ ਦੇ ਨਾਮ ਤੋਂ ਬਿਨਾਂ ਇਹ ਧੰਦਾ ਹੀ ਹੈ ਸਾਰਾ। ਲੱਖ ਖੱਟੀ ਹੈ, ਲੱਖ ਸੰਜੀ ਹੈ, ਖਾਜੈ ਲੱਖ ਆਵੇ ਲੱਖ ਜਾਹੇ। ਲੱਖਾਂ ਹੀ ਖੱਟ ਲਈਏ, ਪ੍ਰਾਪਤ ਕਰ ਲਈਏ, ਜੋੜ ਲਈਏ, ਲੱਖਾਂ ਰੁਪਈਏ ਆਉਂਦੇ ਜਾਣ, ਜਾਂਦੇ ਚਲੇ ਜਾਣ, ਐਡਾ ਕਾਰੋਬਾਰ ਹੋ ਜਾਵੇ, ਜਾਂ ਪਤ ਲੇਖੇ ਨਾ ਪਵੇ, ਤਾਂ ਜੀ ਕਿੱਥੇ ਫਿਰ ਪਾਹੇ। ਜੇ ਪੱਤ ਹੀ ਲੇਖੇ ਵਿੱਚ ਨਹੀਂ ਪਈ, ਫਿਰ ਉਸ ਨੂੰ ਇਸ ਦਾ ਕੀ ਫਾਇਦਾ ਹੈ? ਕਿਉਂਕਿ ਕਿੰਨਾ ਕੁ ਸਮਾਂ ਇੱਥੇ ਮਨੁੱਖਾ ਜਨਮ ਦੇ ਵਿੱਚ ਹੈ, ਥੋੜ੍ਹਾ ਸਮਾਂ ਹੈ, ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ। ਜੇ ਸਾਡੀ ਲੇਖੇ ਪੱਤ ਹੀ ਨਾ ਪਈ, ਫਿਰ ਉਹ ਜੀਵ ਕਿੱਥੇ ਜਾਏਗਾ? ਫਿਰ ਉਸੀ 84 ਲੱਖ ਜੂਨਾਂ ਦਾ ਗੇੜ ਵਿੱਚ ਫਸੇਗਾ। ਲੱਖ ਸ਼ਾਸਤਰ ਸਮਝਾਵਣੀ, ਲੱਖ ਪੰਡਤ ਪੜ੍ਹੈ ਪੁਰਾਣ। ਲੱਖਾਂ ਸ਼ਾਸਤਰਾਂ ਦੀ ਵਿਆਖਿਆ ਸਮਝਾਉਣਾ ਦੂਜਿਆਂ ਨੂੰ। ਵਿਦਵਾਨਾਂ ਨੇ ਪੁਰਾਣ ਪੜ੍ਹਨੇ, ਸ਼ਾਸਤਰ ਪੜ੍ਹਨੇ, ਵਿਖਿਆਨ ਕਰਨਾ, ਆਪਣੇ ਆਪ ਨੂੰ ਵਿਦਵਾਨ, ਜਿਵੇਂ ਆਪਾਂ ਪਹਿਲਾਂ ਵਿਚਾਰਿਆ ਹੈ। ਜਾਂ ਪਤ ਲੇਖੇ ਨਾ ਪਵੇ, ਤਾਂ ਸਭੈ ਕੁਪ੍ਰਵਾਨ। ਜੇ ਲੇਖੇ ਪਤ ਹੀ ਨਹੀਂ ਪਈ, ਫਿਰ ਇਹ ਸਾਰਾ ਕੁਛ ਪੜ੍ਹਿਆ ਵੀ ਪ੍ਰਵਾਨ ਨਹੀਂ ਹੁੰਦਾ। ਉਹ ਵੀ ਮਾਲਕ ਦੇ ਘਰ ਪ੍ਰਵਾਨ ਨਹੀਂ, ਕਿਉਂਕਿ ਪੜ੍ਹਿਆ ਵੀ ਤਾਂ ਹੀ ਹੈ ਜਦੋਂ ਅਸੀਂ ਉਸ ਨੂੰ ਜਾਣ ਲੈਂਦੇ। ਜਾਣਦੇ ਕਦੋਂ ਹਾਂ? ਜਦੋਂ ਉਸ ਕੋਲ ਪ੍ਰਵਾਨ ਹੋ ਜਾਂਦੇ ਹਾਂ, ਖੁਸ਼ ਹੋ ਜਾਂਦਾ ਹੈ, ਉਸ ਨੂੰ ਜਾਣ ਲੈਂਦੇ, ਮਿਲਾਪ ਹੋ ਜਾਂਦਾ ਹੈ। ਫਿਰ ਜੋ ਪੜ੍ਹਦੇ ਹਾਂ, ਜੋ ਕਰਦੇ, ਸਾਰਾ ਕੁਛ ਫਿਰ ਪ੍ਰਵਾਨ ਹੈ। ਫਿਰ ਜੋ ਵੀ ਕਰਦੇ ਹਾਂ ਉਹ ਸਾਰਾ ਪ੍ਰਵਾਨ ਹੈ ਜਦੋਂ ਸਾਡਾ ਮਿਲਾਪ ਹੋ ਜਾਂਦਾ ਹੈ। ਜਦ ਤੱਕ ਦੂਰ ਹਾਂ, ਜਾਣਿਆ ਨਹੀਂ, ਕੁਛ ਵੀ ਪ੍ਰਵਾਨ ਨਹੀਂ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਆ, ਪਾਤਸ਼ਾਹ ਦੀ ਵਾਰ 'ਚ ਪੜ੍ਹਦੇ ਹਾਂ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਤੇਰੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਤੈਨ ਸੱਚ, ਜੋ ਮਰ ਜੰਮੇ ਸੋ ਕਚ ਨਿਕਚ। ਜਦੋਂ ਉਸ ਨੂੰ ਧਿਆਉਂਦੇ ਹਾਂ, ਫਿਰ ਸਾਰਾ ਕੁਛ ਪ੍ਰਵਾਨ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚ ਨਾਮ ਪਤ ਉਪਜੈ, ਕਰਮ ਨਾਮ ਕਰਤਾਰ। ਹੁਣ ਕਰਮ ਹੈ ਜਦੋਂ ਮਾਲਕ ਆਪ ਲਾਉਂਦਾ ਹੈ ਸਾਨੂੰ, ਕਰਮ ਦੇ ਵਿੱਚ ਨਾਮ ਦਾ ਭੇਦ ਦਿੰਦੇ ਹਾਂ, ਫਿਰ ਉੱਥੇ ਸੱਚੇ ਨਾਮ ਦਾ ਭੇਦ ਆਉਂਦਾ ਹੈ। ਫਿਰ ਜਾ ਕੇ ਸਾਡੀ ਪਤ ਉਪਜਦੀ ਹੈ। ਸੱਚ ਨਾਮ ਪਤ ਉਪਜੈ, ਕਰਮ ਨਾਮ ਕਰਤਾਰ। ਐਨਸ ਹਿਰਦਾ ਜੇ ਵਸੈ, ਨਾਨਕ ਨਦਰੀ ਪਾਰ। ਐਨਸ ਜੇ ਹਿਰਦੇ ਦੇ ਵਿੱਚ ਪ੍ਰਭੂ ਵਸਦਾ ਹੈ, ਉਹ ਪ੍ਰਵਾਨ ਹੈ ਜੀਵ, ਅਤੇ ਉਸ ਨੂੰ ਕਰਮ 'ਚ ਲਾਇਆ ਹੈ ਪ੍ਰਭੂ ਨੇ। ਫਿਰ ਉਹ ਸਾਨੂੰ ਇਹ ਗਿਆਨ ਦਾ ਸੁਰਮਾ ਦਿੰਦਾ ਹੈ ਨੇਤਰਾਂ ਦੁਆਰਾ। ਫਿਰ ਅਸੀਂ ਪਾਰ ਕਿਵੇਂ ਹੋਣਾ ਹੈ? ਵੇਦ ਸ਼ਾਸਤਰ ਪੜ੍ਹ ਕੇ ਨਹੀਂ ਹੋਣਾ, ਧਨ ਦੌਲਤ ਕਮਾ ਕੇ, ਬੜਾ ਬੰਦਾ ਬਣ ਕੇ ਨਹੀਂ, ਗੁਰ ਦੇ ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਕੇ, ਨਦਰਾਂ ਦੁਆਰਾ ਦਰਸ਼ਨ ਕਰਕੇ ਪ੍ਰਵਾਨ ਹੋਣਾ ਹੈ, ਨਿਹਾਲ ਹੋਣਾ ਹੈ।
ਨਾਨਕ ਨਦਰੀ ਪਾਰ। ਨਦਰਾਂ ਦੁਆਰਾ ਇਸ ਸੰਸਾਰ ਤੋਂ ਪਾਰ ਹੋਣਾ ਹੈ। ਹਾਂ, ਅਗਲਾ ਸ਼ਬਦ ਹੈ ਰਹੋ ਪੰਕਤੀਆਂ ਨੇ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ ਆਸਾ ਮਹੱਲਾ ਪਹਿਲਾ। ਰਹੋ ਪੰਕਤੀਆਂ ਨੇ ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਟੇ ਏਕ ਰਤੀ ਲੈ ਪਾਏ। ਹੁਣ ਜਿਹੜੀ ਇਹ ਮਤ ਹੈ, ਇਹ ਕੋਈ ਉਹ ਜੀਵ ਜੋ ਪ੍ਰਭੂ ਜਿਸ ਤੇ ਖੁਸ਼ ਹੁੰਦਾ ਹੈ, ਉਹ ਇਸ ਮਤ ਨੂੰ ਪ੍ਰਾਪਤ ਕਰਦਾ ਹੈ। ਜਿਹੜੀ ਗੁਰ ਦੀ ਮਤ ਹੈ, ਕੋਈ ਐਸਾ ਜੀਵ, ਕੋਈ ਵਿਰਲਾ ਹੈ ਜਿਹੜਾ ਜਿਸ ਨੂੰ ਪ੍ਰਭੂ ਇਸ ਦੇ ਯੋਗ ਸਮਝਦਾ ਹੈ, ਜਿਸ ਨੂੰ ਜਾਂ ਇਸ ਦੇ ਯੋਗ ਬਣਾ ਦਿੰਦਾ ਹੈ, ਉਸ ਨੂੰ ਫਿਰ ਇਹ ਗਿਆਨ ਦਿੰਦਾ ਹੈ। ਹੁਣ ਸਮਝਾਉਂਦੇ ਨੇ ਜਦ ਤੱਕ ਉਸ ਨੂੰ ਪਾਉਂਦੇ ਨਹੀਂ, ਅਸੀਂ ਉਸ ਅਵਸਥਾ ਵਿੱਚ ਨਹੀਂ ਜਾਂਦੇ। ਚਾਹੇ ਅਸੀਂ ਕਿੰਨੇ ਲੋਕ ਇਕੱਠੇ ਹੋ ਜਾਈਏ, ਕੁਛ ਵੀ ਕਰੀ ਜਾਈਏ, ਉਸ ਨੂੰ ਨਹੀਂ ਪਾਉਂਦੇ। ਏਕ ਰਤੀਲੇ ਪਾਹੇ। ਕੋਈ ਇੱਕ ਹੈ ਜਿਸ ਨੂੰ ਇਹ ਗਿਆਨ ਦਿੰਦਾ ਹੈ, ਆਪਣੇ 'ਚ ਰੱਤ ਲੈਂਦਾ ਹੈ। ਫਿਰ ਉਸ ਜੀਵ ਦੁਆਰਾ ਕਿੰਨੇ ਜੀਵਾਂ ਨੂੰ ਇਹ ਗਿਆਨ ਦੇ ਸਕਦਾ ਹੈ। ਕਿੰਨੇ ਜੀਵਾਂ ਦਾ ਜਿਹੜੇ ਪਾਪਾਂ ਦਾ ਨਾਸ਼ ਕਰ ਸਕਦਾ ਹੈ। ਪਰ ਕਿਸੇ ਵਿਰਲੇ ਨੂੰ ਇੱਕ ਖਜ਼ਾਨਾ ਮਿਲਦਾ ਹੈ ਜੋ ਪ੍ਰਭੂ ਦਾ ਨਾਮ ਹੈ। ਉਹ ਮੱਤ ਜਿਹੜੀ ਗੁਰ ਦੀ ਮੱਤ ਹੈ। ਫਿਰ ਜਿਵੇਂ ਆਪਾਂ ਦੇਖਦੇ ਹਾਂ ਕਿ ਕਈ ਜੀਵ ਬਹੁਤ ਸਾਰੇ ਬੈਠ ਕੇ ਇਹ ਗਿਆਨ ਲੈ ਸਕਦੇ ਹਾਂ। ਇੱਕ ਗਿਆਨ ਦੁਆਰਾ ਹੀ ਸਾਡਾ ਜਿਹੜਾ ਮਨ ਦੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ। ਪਾਪਾਂ ਨੂੰ ਸਾੜ ਦਿੰਦਾ ਹੈ ਇੱਕ ਗੁਰ ਦਾ ਗਿਆਨ। ਪਰ ਇਹ ਮੱਤ ਜਿਹੜੀ ਹੈ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਜਿਹੜਾ ਪ੍ਰਭੂ ਦਾ ਸਿਮਰਨ ਹੈ, ਮਹਾਰਾਜ ਸਮਝਾਉਂਦੇ ਨੇ ਆਪਾਂ ਨੂੰ, ਕਿੰਨਾ ਕੋਈ ਪਾਪ ਵੀ ਕੀਤਾ ਹੋਵੇ, ਫਿਰ ਇੱਦਾਂ ਸਾਡੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਜਿਵੇਂ ਅਗਨ ਲੱਕੜਾਂ ਦੀ ਸੁਆਹ ਕਰ ਦਿੰਦੀ ਹੈ। ਬਸ ਜਿਵੇਂ ਲੱਕੜਾਂ ਨੂੰ ਇੱਕ ਤੀਲੀ ਦਿਖਾਉਣੀ ਹੈ, ਲਾ ਦੇਣੀ ਅਤੇ ਨਾ ਸੜ ਜਾਂਦੀਆਂ ਨੇ, ਇੱਦਾਂ ਹੀ ਇਹ ਜਿਹੜੀ ਗੁਰ ਦੀ ਮੱਤ ਹੈ ਇੱਕ ਸਿੱਖ ਹੈ। ਇੱਕ ਹੀ ਸਿੱਖ ਹੈ ਗੁਰ ਦੀ ਮੱਤ ਜਿਹੜੀ, ਇੱਕ ਹੀ ਗੁਰ ਹੈ। ਜਦੋਂ ਉਹ ਲੈਂਦੇ ਹਾਂ, ਕਿੰਨੇ ਜੀਵਾਂ ਦੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਆਓ ਇੱਥੇ ਤੱਕ ਪਹੁੰਚਣਾ ਕੀ ਹੈ ਇਹ ਮੱਤ ਪ੍ਰਾਪਤ ਕਰਨ ਵਾਸਤੇ। ਕਿਵੇਂ ਇਸ ਮੱਤ ਨੂੰ ਆਪਾਂ ਪਾ ਸਕਦੇ, ਉਸ ਪ੍ਰਭੂ ਤੋਂ ਪ੍ਰਾਪਤ ਕਰ ਸਕਦੇ ਹਾਂ ਜਿਹੜਾ ਐਸਾ ਗਿਆਨ ਹੈ, ਨਾਮ ਦਾ ਖਜ਼ਾਨਾ ਹੈ, ਜਿੱਥੇ ਇੱਕੋ ਸ਼ਬਦ ਦਾ ਇੱਕੋ ਸਿੱਖ ਲੈ ਕੇ ਮਨ 'ਚ ਵਸਾਉਣ ਦੇ ਨਾਲ ਸਾਡੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਮੱਤ ਰਤਨਾ ਜਵੇਰਾਂ ਦੀ ਹੋ ਜਾਂਦੀ ਹੈ। ਆਓ ਕਿਵੇਂ ਇਸ ਅਵਸਥਾ 'ਚ ਪਹੁੰਚਦੇ ਹਾਂ। ਦੀਵਾ ਮੇਰਾ ਏਕ ਨਾਮ। ਨਾਮ ਨੂੰ ਆਪਣੇ ਜੀਵਨ ਦੇ ਵਿੱਚ ਦੀਵਾ ਬਣਾ ਲੈਣਾ ਹੈ। ਦੀਵਾ ਰੋਸ਼ਨੀ ਵੀ ਕਰਦਾ ਹੈ, ਦੀਵੇ ਨਾਲ ਦੂਜਾ ਦੀਵਾ ਜਲਾ ਵੀ ਸਕਦੇ ਹਾਂ। ਪਰ ਦੀਵਾ ਕਦੋਂ ਤੱਕ ਜਗਦਾ ਹੈ? ਜਦੋਂ ਤੱਕ ਦੀਵੇ ਦੇ ਵਿੱਚ ਤੇਲ ਹੈ। ਹੁਣ ਨਾਮ ਨੂੰ ਦੀਵਾ ਬਣਾ ਲਿਆ ਹੈ, ਤੇਰੇ ਜਿਹੜੇ ਦੁੱਖ ਵਿੱਚ ਪਾਇਆ ਤੇਲ, ਅਤੇ ਜਿਹੜੇ ਦੁੱਖ ਨੇ, ਜਿਵੇਂ ਦੀਵੇ ਦੇ ਵਿੱਚ ਤੇਲ ਪਾਉਂਦੇ ਹਾਂ, ਇੱਥੇ ਦੁੱਖਾਂ ਨੂੰ ਦੀਵੇ ਦੇ ਵਿੱਚ ਪਾ ਕੇ ਦੀਵਾ ਜਗਾ ਲਿਆ ਨਾਮ ਦਾ। ਦੁੱਖ ਵਿੱਚ ਪਾਇਆ
तेल, क्योंकि दुख दारू बनती है, सुख रोग ने। जे दुख आउंदे ने जीव नूं ते समझ लैंदा कि ये उस प्रभु की दया है, तो वो साडे अंदर नाम का दीवा भी जगा देंदा है। उन चानण ओ सोख्या, चूका जम स्यो मेल। हुण जिवें दीवा जलदा है ते उस तेल नूं सोख देंदा है, ਇੱਦਾਂ ਹੀ ਫਿਰ ਜਦੋਂ ਅਸੀਂ ਇੱਦਾਂ ਚੱਲਦੇ ਹਾਂ, ਫਿਰ ਕੀ ਹੁੰਦਾ ਹੈ ਕਿ ਨਾਮ ਤੇ ਆਉਂਦੇ ਸਾਡੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਦੁੱਖ ਜਿਵੇਂ ਦੀਵਾ ਉਹ ਤੇਲ ਨੂੰ ਸੋਖ ਲੈਂਦਾ ਹੈ, ਚਾਨਣ ਕਰਦਾ ਹੀ ਜਾਂਦਾ ਤੇ ਤੇਲ ਖਤਮ ਹੋ ਜਾਂਦਾ ਹੈ। ਇੱਦਾਂ ਹੀ ਸਾਡਾ ਨਾਮ ਹੈ ਜਿਹੜਾ ਪਾਪਾਂ ਦਾ ਨਾਸ ਕਰ ਦਿੰਦਾ ਹੈ। ਉਹ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ, ਜਿਹੜਾ ਸਾਡਾ ਜਮਾਂ ਦੇ ਨਾਲ ਵਾਹ ਪਿਆ ਹੋਇਆ ਸੀ 84 ਲੱਖ ਜੂਨ ਦੇ ਵਿੱਚ, ਉਹ ਸਾਡਾ ਖਤਮ ਹੋ ਜਾਂਦਾ, ਜਨਮ ਮਰਨ ਖਤਮ ਹੋ ਜਾਂਦਾ ਹੈ, ਜੀਵਨ ਅਸੀਂ ਮੁਕਤ ਹੋ ਜਾਂਦੇ ਹਾਂ। ਪਰ ਇੱਦਾਂ ਆਪਾਂ ਨੂੰ ਸਮਝਾਇਆ ਹੈ ਵੀ ਕੋਈ ਵਿਰਲਾ ਇਸ ਨੂੰ ਪਾਉਂਦਾ ਹੈ। ਪਿੰਡ ਪੱਤਲ ਮੇਰੀ ਕੇਸ ਸੋ ਕਿਰਿਆ, ਸੱਚ ਨਾਮ ਕਰਤਾਰ। ਹੁਣ ਜਿਹੜਾ ਪਿੰਡ ਸਤਨ ਇਹ ਪੱਤਲ ਹੈ, ਤੇ ਉਸ ਪ੍ਰਭੂ ਨੂੰ ਧਿਆਉਣ ਦਾ ਕਿਰਿਆ ਕੀ ਹੈ? ਉਸ ਮਾਲਕ ਦੀ ਭਗਤੀ, ਤਨ ਦੁਆਰਾ ਉਸ ਦੇ ਗੁਣ ਗਾਉਣੇ। ਪਰ ਕਦੋਂ? ਜਦੋਂ ਉਸ ਪ੍ਰਭੂ ਨੇ ਇਹ ਖਜ਼ਾਨਾ ਦੇ ਦਿੱਤਾ ਹੈ, ਸੱਚ ਨਾਮ ਕਰਤਾ। ਕਿਵੇਂ ਪਾਇਆ ਖਜ਼ਾਨਾ? ਦੁੱਖਾਂ ਨੂੰ ਦਾਰੂ ਬਣਾ ਕੇ ਤੇਲ ਨਾਮ ਦਾ ਦੀਵਾ ਜਗਾਇਆ, ਤੇ ਉਸਨੇ ਇਹ ਦੁੱਖਾਂ ਨੂੰ ਸੋਖ ਲਿਆ ਤੇ ਸਾਡਾ ਜਮਾਂ ਤੋਂ ਛੁਟਕਾਰਾ ਹੋ ਗਿਆ, ਜਨਮ ਮਰਨ ਤੋਂ ਛੁਟਕਾਰਾ ਹੋ ਗਿਆ, ਜਿਹਨੂੰ ਪ੍ਰਭੂ ਨੇ ਆਪਣਾ ਬਣਾ ਲਿਆ। ਤੇ ਫਿਰ ਉਹ ਆਪਣਾ ਨਾਮ ਦਾ ਖਜ਼ਾਨਾ ਦੇ ਕੇ ਫਿਰ ਸਾਨੂੰ ਕਰਮ ਚਲਾ ਦਿੰਦਾ ਹੈ। ਤਨ ਦੁਆਰਾ ਅਸੀਂ ਚੱਲਦੇ ਹਾਂ ਤੇ ਕਿਰਿਆ ਕਿਹੜੀ ਕਰਦੇ ਹਾਂ? ਜੋ ਪ੍ਰਭੂ ਨੇ ਸਾਨੂੰ ਇਸ ਸੱਚੇ ਨਾਮ ਦਾ ਕਰਮ ਦਿੱਤਾ ਹੈ, ਇਹ ਸਾਡੀ ਕਿਰਿਆ ਬਣ ਜਾਂਦੀ, ਕਰਮ ਬਣ ਜਾਂਦਾ ਹੈ। ਇੱਥੇ ਉੱਥੇ ਆਗੇ ਪਾਛੇ ਇਹੋ ਮੇਰਾ ਆਧਾਰ। ਇੱਕ ਹੀ ਆਧਾਰ ਹੈ ਨਾਮ, ਇੱਥੇ ਵੀ ਅੱਗੇ ਵੀ, ਲੋਕ ਵੀ ਪਰਲੋਕ ਵੀ। ਕਿਉਂਕਿ ਇੱਥੇ ਅਸੀਂ ਗੁਣ ਗਾਉਂਦੇ ਹਾਂ ਤੇ ਇਸ ਦੀ ਅੱਗੇ ਫਿਰ ਸਾਨੂੰ ਫਲ ਮਿਲਦਾ ਹੈ। ਇੱਥੇ ਵੀ ਮਿਲਦਾ ਹੈ ਤੇ ਉਸ ਦੀ ਵੀ ਅਸੀਂ ਸਾਡਾ ਵਾਸਾ ਉਸ ਪ੍ਰਭੂ ਦੇ ਵਿੱਚ ਹੋ ਜਾਂਦਾ ਹੈ, ਸੱਚਖੰਡ ਦੇ ਵਿੱਚ ਹੋ ਜਾਂਦਾ ਹੈ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੇ ਆਤਮ ਰਾਉ। ਜਿਹੜੀ ਗੰਗ ਹੈ, ਗੰਗਾ ਸਾਡੇ, ਅਸੀਂ ਸਿਫਤ ਕਰਦੇ ਹਾਂ ਉਸ ਪ੍ਰਭੂ ਦੀ। ਕੀ ਹੈ ਕਿ ਗੰਗਾ ਦੁਆਰਾ ਅਸੀਂ ਕਿਵੇਂ ਆਪਣੇ ਮਨ ਦਾ ਇਸ਼ਨਾਨ ਕਰਨਾ ਹੈ, ਕਿੱਥੇ ਜਾ ਕੇ ਉਹ ਰਸ ਸਾਨੂੰ ਪ੍ਰਾਪਤ ਹੁੰਦਾ ਹੈ, ਕਿੱਥੇ ਅਸੀਂ ਗੰਗਾ ਨੂੰ ਕਿਵੇਂ ਜਮਨਾ 'ਚ ਮਿਲਾਉਣਾ ਹੈ। ਇਹ ਗਿਆਨ ਜਿਹੜਾ ਹੈ ਇਹ ਜੀਵ ਦਿੰਦਾ ਹੈ। ਫਿਰ ਜਿਨ੍ਹਾਂ ਤੇ ਖਜ਼ਾਨਾ ਦਿੰਦਾ ਹੈ, ਉਲਟੀ ਗੰਗਾ ਜਮਨ ਮਿਲਾਵੋ, ਉਲਟੀ ਗੰਗਾ ਜਮਨ 'ਚ ਮਿਲਾਉਂਦੇ ਹਾਂ। ਤੇ ਇਹ ਤਾਂ ਹੀ ਹੈ ਜਦੋਂ ਮਨ ਆਤਮ ਦੇ ਵਿੱਚ ਸਮਾ ਜਾਂਦਾ ਹੈ। ਨਾਵੈ ਆਤਮ ਰਾਉ, ਮਨ ਆਪਾ ਖਤਮ ਹੋ ਜਾਂਦਾ ਹੈ ਆਤਮ ਦੇ ਵਿੱਚ। ਆਤਮ ਰਾਉ ਆ ਕੇ ਫਿਰ ਇਹ ਸਿਫਤ ਸਲਾਹ ਕਰਵਾਉਂਦਾ ਹੈ ਜੀਵ ਤੋਂ ਕਿ ਕਿਵੇਂ ਆਪਾਂ ਗੰਗਾ ਜਮਨਾ ਇੱਕ ਕਰਨੀ ਹੈ, ਕਿਵੇਂ ਆਪਾਂ
ਤ੍ਰਿਵੈਣੀ 'ਤੇ ਇਸ਼ਨਾਨ ਕਰਨਾ ਹੈ, ਕਿਵੇਂ ਉਸ ਰਸ ਨੂੰ ਮਾਣਨਾ ਹੈ ਜਿਹੜਾ ਪ੍ਰਭੂ ਦਾ ਰਸ ਹੈ। ਪਰ ਇਹ ਕਦੋਂ, ਇਹ ਜਸ ਕਦੋਂ ਹੁੰਦਾ ਹੈ? ਜਿਵੇਂ ਆਪਾਂ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਆਤਮ ਬਸ ਹੈ ਜਸ ਕੇ ਜਸ ਹੈ। ਜਦੋਂ ਮਨ ਆਪਣੀ ਮਤ ਛੱਡ ਕੇ ਆਤਮ ਦੇ ਵਸ ਹੋ ਜਾਂਦਾ ਹੈ, ਪ੍ਰਭੂ ਦੇ ਵਸ ਹੋ ਜਾਂਦਾ, ਮਨ ਆਪਣਾ ਆਪ ਅਗਵਾ ਲੈਂਦਾ ਹੈ, ਫਿਰ ਜਾ ਕੇ ਇਹ ਸਿਫਤ ਹੁੰਦੀ ਹੈ ਉਸ ਪ੍ਰਭੂ ਦੀ, ਸਿਫਤ ਸਲਾਹ ਜਿਹਨੂੰ ਕਹਿੰਦੇ। ਸੱਚਾ ਨਾਵਨ ਤਾਂ ਥੀਏ ਜਾਂ ਅਹਿਨਸ ਲਾਗੈ ਪਾਓ। ਸੱਚਾ ਨਾਵਨ ਤਾਂ ਹੀ ਹੈ ਜੇ ਹਰ ਸਮੇਂ ਸਾਡਾ ਪ੍ਰਭੂ ਦੇ ਨਾਲ ਪਿਆਰ ਰਹੇ, ਸਾਡੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਜਾਵੇ। ਇਹ ਵੀ ਕਦੇ ਨਹੀਂ, ਸਦਾ। ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵੱਟ ਪਿੰਡ ਖਾਏ। ਹੁਣ ਸਮਝਾਉਂਦੇ ਨੇ ਕਿ ਐਸੇ ਬਹੁਤ ਥੋੜ੍ਹੇ ਲੋਕ ਨੇ, ਬਾਕੀ ਤਾਂ ਹੋਰ ਜਿਹੜੇ ਨੇ ਉਹ ਤਾਂ ਵਪਾਰੀ ਲੋਕ ਨੇ। ਐਸਾ ਜਿਹੜਾ ਖਜ਼ਾਨਾ ਹੈ ਪ੍ਰਭੂ ਦਾ, ਇਹ ਕਿਸੇ ਵਿਰਲੇ ਨੂੰ ਮਿਲਦਾ ਹੈ। ਇੱਕ ਅੱਧਾ ਜੀਵ ਲੋਕਾਂ ਦੇ ਵਿੱਚ ਹੁੰਦੇ ਨੇ, ਜਿਹਨੂੰ ਬਾਬਾ ਕਬੀਰ ਜੀ ਵੀ ਸਮਝਾਉਂਦੇ ਨੇ, ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ, ਨਿਰਭਉ ਹੋ ਕੇ ਗੁਣ ਰਵੇ ਜਦ ਦੇਖੋ ਤਤ ਸੋਏ। ਇਸ ਦੇ ਵਾਸਤੇ ਬਾਬਾ ਕਬੀਰ ਜੀ ਨੇ ਬਹੁਤ ਸਾਰੇ ਸ਼ਬਦ ਲਿਖੇ ਨੇ ਕਿ ਕਿਵੇਂ ਆਪਾਂ ਉਸ ਪ੍ਰਭੂ ਦੇ ਨਾਲ ਲਿਵ ਜੋੜ ਸਕਦੇ ਹਾਂ। ਕਬੀਰ ਐਸਾ ਕੋ ਨਹੀਂ ਆਪਣੇ ਘਰ ਲਾਵੇ ਆਗ, ਪਾਂਚੇ ਲੜਕਾ ਜਾਰ ਕਹਿ ਰਹੇ ਰਾਮ ਲਿਵ ਲਾਗ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ, ਅੰਧਾ ਲੋਕ ਨ ਜਾਣੀ ਰਹੋ ਕਬੀਰਾ ਕੂਕ। ਐਸੇ ਬਹੁਤ ਸਾਰੇ ਸ਼ਬਦ ਨੇ ਕਿ ਕਿਵੇਂ ਪ੍ਰਭੂ ਦੇ ਨਾਲ ਲਿਵ ਜੁੜਦੀ ਹੈ, ਕੋਈ ਵਿਰਲੇ ਨੇ। ਫਿਰ ਇਹ ਸੱਚਾ ਨਾਮਨ ਹੈ। ਫਿਰ ਮੇਰਾ ਸਮਝਾਉਂਦੇ ਨੇ ਕਿ ਇੱਕ ਉਹ ਨੇ ਜਿਹੜੇ ਇਸ ਦੀ ਕਮਾਈ ਖਾਂਦੇ ਨੇ, ਪੈਸਾ ਵੱਟ ਕੇ ਸੌਦੇ ਕਰਦੇ ਨੇ, ਅਤੇ ਇੱਕ ਉਹ ਜੀਵ ਨੇ ਜਿਹੜੇ ਉਸ ਪ੍ਰਭੂ ਦੇ ਵਸ ਹੋ ਕੇ ਫਿਰ ਉਸ ਦੀ ਸਿਫਤ ਸਲਾਹ ਕਰਦੇ ਨੇ। ਨਾਨਕ ਪਿੰਡ ਬਖਸ਼ੀਸ ਕਾ ਕਬਹੂ ਨਿਖੂਟ ਸੁਨਾਹੇ। ਇੱਕ ਉਸ ਪ੍ਰਭੂ ਦਾ ਜਿਹੜਾ 10ਵਾਂ ਦੁਆਰ ਹੈ, ਜਿੱਥੇ ਪ੍ਰਭੂ ਵਸਦਾ ਹੈ, ਕਿਉਂਕਿ ਆਪਣਾ ਸਰੀਰ 10 ਦੁਆਰਾਂ ਦਾ ਹੈ। ਇਹ 9 ਦੁਆਰਾਂ ਦਾ ਪਿੰਡ ਹੈ ਜਿਹੜਾ, ਇਹ ਨਾਸਵਾਨ ਹੈ। ਅਤੇ ਇੱਕ ਉਸ ਪ੍ਰਭੂ ਦਾ ਇਸ ਦੇ ਵਿੱਚ ਉਹ ਘਰ ਹੈ 10ਵਾਂ ਦੁਆਰ, ਜਿੱਥਾ ਫਿਰ ਕਦੇ ਵੀ ਨਾ ਤਾਂ ਖਜ਼ਾਨਾ ਮੁੱਕਦਾ ਹੈ ਅਤੇ ਨਾ ਉਹ ਘਰ ਕਦੇ ਢਹਿੰਦਾ ਹੈ। ਉਹ ਪ੍ਰਭੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ, ਜਿੱਥੇ ਬੈਠ ਕੇ ਫਿਰ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਕਰਦਾ ਹੈ। ਪਰ ਕੋਈ ਵਿਰਲਾ ਹੈ ਜਿਹਨੂੰ ਆਪ ਬੁਝਾਉਂਦਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਸੱਚਾ ਕਰ ਵੀ ਗਿਆ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸੱਚ, ਜਿੱਥੇ ਸਦਾ ਸੱਚ ਧਿਆਵੈ। ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ। ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੈ। ਕੋਈ ਵਿਰਲੇ ਨੇ, ਨਹੀਂ ਤਾਂ ਇਹ ਵਪਾਰ ਹੈ, ਧੰਦਾ ਹੈ ਸੰਸਾਰ ਦਾ। ਵੱਟ ਕੇ ਆਪਣਾ ਗੁਜ਼ਾਰਾ ਕਰਨਾ ਹੈ, ਆਪਣਾ ਪਰਿਵਾਰ ਪਾਲਣਾ ਹੈ, ਸਰੀਰ ਪਾਲਣਾ ਹੈ, ਪੈਸੇ ਵੱਟ ਖਾਣੇ ਨੇ। ਪਰ ਵਿਰਲੇ ਨੇ ਜਿਹੜੇ ਉਸ ਪ੍ਰਭੂ ਦੇ ਪਹਿਲਾਂ ਯੋਗ ਹੁੰਦੇ ਨੇ, ਉਸ ਖਜ਼ਾਨੇ ਦੇ ਲਾਇਕ ਹੁੰਦੇ ਨੇ, ਫਿਰ ਆਪਾ ਤਿਆਗ ਕੇ, ਆਪਾ ਗਵਾ ਕੇ, ਆਤਮ ਵਸ ਹੋ ਕੇ ਫਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਫਿਰ ਆਪ ਆਪਣਾ ਖਜ਼ਾਨਾ ਦੇ ਕੇ ਆਪਣੀ ਸਿਫਤ ਸਲਾਹ ਆਪ ਕਰਵਾਉਂਦਾ ਹੈ। ਸੋ ਆਓ ਹੁਣ ਆਪਾਂ ਨਾਲ ਅਭਿਆਸ ਕਰੀਏ ਜੋ ਸਾਡਾ ਅਸਲੀ ਕਰਮ ਹੈ, ਕਿਉਂਕਿ ਜਿਹੜੇ ਇਹ ਅੱਖਰ ਨੇ, ਜਿਹੜਾ ਇੱਥੇ ਕਿਤੇ ਨਾ ਕਿਤੇ ਆਪਾਂ
ਇਸ ਦੀ ਵਿਚਾਰ ਦੇ ਵਿੱਚ ਆਪਾਂ ਕਿਸੇ ਭਰਮ ਦੇ ਵਿੱਚ ਵੀ ਪੈ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਅਰਥ ਹੋਏ ਨੇ। ਸਾਡੀ ਸੋਚ ਹੈ ਆਪਣੀ, ਲੇਕਿਨ ਆਪਣਾ ਅਸਲੀ ਮਕਸਦ ਕੀ ਹੈ? ਪ੍ਰਭੂ ਨੂੰ ਮਿਲਣਾ, ਮਾਰਗ 'ਤੇ ਚੱਲਣਾ। ਇਸ ਕਰਕੇ ਆਪਾਂ ਜ਼ਿਆਦਾ ਮਾਰਗ ਦ੍ਰਿੜ ਕਰਨਾ ਹੈ, ਜਿੱਥੇ ਫਿਰ ਸਾਨੂੰ ਅੱਖਰਾਂ ਦੀ ਵੀ ਲੋੜ ਨਹੀਂ ਪੈਂਦੀ, ਜਿੱਥੇ ਸਿਰਫ ਧਿਆਨ ਹੈ। ਇਹ ਸਮਝਣਾ ਹੈ, ਜਦੋਂ ਅਸੀਂ ਧਿਆਉਣਾ ਸ਼ੁਰੂ ਕਰ ਦਿੱਤਾ, ਫਿਰ ਅਸੀਂ ਚਾਹੇ ਪੜ੍ਹੀਏ ਨਾ ਪੜ੍ਹੀਏ, ਫਿਰ ਸਾਨੂੰ ਪਰਮਗਤ ਪ੍ਰਾਪਤ ਹੋਣੀ ਹੈ, ਫਿਰ ਸਾਡੀ ਲੇਖੇ ਪੱਥ ਪੈਣੀ ਹੈ। ਜੇ ਅਸੀਂ ਜਿੰਨਾ ਮਰਜ਼ੀ ਪੜ੍ਹ ਲਈਏ, ਜੇ ਲੇਖੇ ਪੱਤ ਹੀ ਨਾ ਪਈ, ਫਿਰ ਸਾਡਾ ਸਾਰਾ ਵਿਅਰਥ ਹੈ। ਸੋ ਆਓ ਕਿਵੇਂ ਜਾਣਾ ਹੈ, ਕਿਹੜਾ ਮਾਰਗ ਹੈ ਮਨ ਦੇ ਵਾਸਤੇ? ਮਨ ਨੇਤਰਾਂ ਦੇ ਵਿੱਚ ਹੈ। ਮਨ ਆਪਣਾ ਰਸਤਾ ਭੁੱਲਿਆ ਹੈ। ਦੋ ਨੇਤਰ ਨੇ, ਦੋਨਾਂ ਦੇ ਵਿੱਚ ਦੋ ਜੋਤਾਂ ਨੇ, ਤੇ ਇਹ ਗੰਗਾ ਹੈ, ਇੱਧਰ ਜਮਨਾ ਹੈ। ਇਸ ਗੰਗਾ ਨੇ ਜਮਨਾ 'ਚ ਮਿਲਾਉਣਾ ਹੈ, ਕਿੱਥੇ ਆ ਕੇ? ਜਿੱਥੇ ਸਾਡਾ ਪੌਣ ਆਉਂਦੀ ਹੈ, ਉੱਥੇ ਦੋਨਾਂ ਜਿਹੜੇ ਨੇਤਰ ਨੇ, ਇਹਨਾਂ ਨੂੰ ਆਪਾਂ ਸਮ ਕਰ ਲੈਣਾ ਹੈ। ਤੇ ਇੱਥੇ ਫਿਰ ਮਨ ਦਾ ਇਸ਼ਨਾਨ ਹੋਣਾ ਹੈ। ਇੱਥੇ ਬੋਲਣ ਦੀ, ਬਕਣ ਦੀ ਲੋੜ ਨਹੀਂ ਹੈ। ਇੱਥੇ ਸਮਝਾਉਂਦੇ ਨੇ ਕਿ ਉਲਟੀ ਗੰਗਾ ਜਮਨ ਮਿਲਾਵੈ, ਬਿਨ ਜਲ ਸੰਗਮ ਮਨ ਮੈਂ ਨਾਵੋ। बकै न उल्टी गंगा जमन मिलावै, बकै न बोलै हर गुण गावै, हर रस चोल महारस पावै। तो इदा ये शब्द है जिहड़ा समझाया है कि इत्थे बखन बोलण की लोड़ नहीं है। बिना जल तो मन का इशनान होना, क्योंकि वो जल किहड़ा है? अमृत जल। सो आपां दोनों नेत्रां नूं इत्थे सम करना है। उस दे नाल की हुंदा है कि गंगा जमुना समा जाती है, ते गंगा दा रस साडे इस पॉइंट ते पैंदा है। गंगा दा जिहड़ा जल है ते इस नूं पवित्र कर दिंदा है। इहदा जिहड़ा अस्थूल खत्म हो जाता है, मन अस्थूल सी जिहड़ा की हो जाता? प्रकाश हो जाता है। तो फिर जाके जदों मुख उजल होंदा है, फिर साडी पत लेखे पैंदी है। कि मैं आपां समझना है, दोनों नेत्रां नूं इस पॉइंट ते सम करना है। सम करके आपां ये देखना है पहला कि साडी गंगा जमुना च मिली है कि नहीं। जदों गंगा जमुना दे विच मिल गई, एक हो गए, उदों साडा जिहड़ा ये सन्नक नहीं दिसेगा। जे दिसेगा जमुना तट दिसेगा। जे नक दिसदा है, फिर साडी गंगा जमुना एक नहीं हुई, मिली नहीं हाले। फिर आप ये देख सकते कि गंगा वाले पासे असीं हाँ जां जमुना वाले पासे हाँ, क्योंकि हाले संगम नहीं होया। जिथे संगम होना है, उत्थे जाके फिर मन इशनान होना है। फिर आपां जां जिन्हां दा है कि असीं उत्थे इशनान कीता, जे है भी अंदर, कई जीवां दे हुंदा है, कई जीवां दा संगम है पर उन्हां नूं ज्ञान नहीं है। क्योंकि जदों संगम हो गया, नक नहीं नज़र आएगा। जदों गंगा जमुना च मिल गई, नक नहीं दिसेगा। ये आपां समझना है। फिर आपां ध्यान लावांगे। पहला सम करके देखना है कि सन नक दिसदा जां नहीं। जे दिसदा है, सज्जे दिसदा है, खब्बे जां दोनां ते जां नहीं दिसदा, इन्ना आपां देखना। इस तो बाद
फिर मैं आप जी ਨੂੰ आवाज़ देवांगा कि ध्यान सामने लेके आओ, मेरे वाल देख लो। पहले इस पॉइंट से देखना है, अपने ध्यान ਨੂੰ परखना है, फिर आप जी ਨੂੰ आवाज़ देवांगा कि ध्यान सामने लेके आओ, सामने देखना है। फिर आप जी ਨੂੰ आवाज़ देवांगा कि ध्यान मस्तक के सामने लै जाओ, पलकां उत्ते चुक। फिर जदों कहांगे सामने, फिर सामने, फिर जदों कहांगे सम करके देखो, फिर नक ते सम करके देखना है। जेकर कोई नवां जीव जे उसनूं हाले नक नज़र आउंदा है, जो उसकी गंगा जमुना च नहीं समाई, जदों उसने वापस आके फिर देखना है। जेकर नक नज़र आउणों हट गया, फिर साडा ये संगम हो गया, गंगा जमुना च समा गई। फिर आपां ध्यान लावांगे। हाँ, ये शब्द पाया है जो आपां विचारदे सी, उत्तर अवकट सरवर नावै, जल आकाशी सुन समावै, बके ना बोलै हर गुण गावै। उत्तर वाला पासा, इधर अपना दखण है, इधर उत्तर है, उत्ते पूर्व है, थले पश्चिम है। इहने इधर आ जाना है, इस करके उत्तर वाले पासे आपां अवकट दे विच सरोवर है, सुन सरोवर, उस दे विच मन इशनान करता है। सो आओ करके सम अपने आप नूं देखिए। और ध्यान सामने लेके आई। मस्तक दे सामने लै जाओ, पलकां उत्ते चुक। फिर सामने लेके आइए ध्यान। फिर नक ते सम करके देखिए। देखना जेकर कोई नवां जीव सी कि उसनूं जे नक दिसदा सी पहलां, हुण दिसणों हटिया।
ध्यान नीचे लै जाओ। हुण बिल्कुल रिलैक्स नीचे दे जो ध्यान। आओ सम करके देखिए अपने आप नूं। वाहिगुरू जी का खालसा वाहिगुरू जी की फतेह। सो गुरमुख प्यारिओ, इस तरीके नाल सम करना, नीचे फिर सम करना है। जदों अपना मुख प्रकाश हो गया, एक दृष्ट हो के आपां जदों त्यावांगे, मुख प्रकाश हो जाएगा, उज्जल हो जाएगा, उदों असीं समझ सकते हाँ कि साडी लेख पत है, लेखे पै गई है, साडा आपा खत्म हो गया है, साडा जमा तो मेल खत्म हो गया है, सानू मोक्ष प्राप्त हो गई है। क्योंकि जिन्नी देर अस्थूल है असीं एक वखरा रूप है, परमेश्वर का रूप होर है, साडा होर है, असीं समा नहीं सकते। जदों असीं भी प्रकाश रूप हो गए तो परमेश्वर भी प्रकाश रूप है, उदों फिर जोत जोत विच रलती है, उदों असीं संपूर्ण हो जाते हाँ। सूरज किरण मिली, जल का जल हुआ राम, ज्योति ज्योत मिली, संपूर्ण थिया राम। सो इस तरीके नाल आपां फिर असी पढ़ीए ना पढ़ीए, जदों त्याउणा शुरू कर दिता, जदों आपा खत्म हो गया, फिर असी मुक्त हो जाते हाँ। जो प्राणी गोबिंद त्यावै, पढ़िया अनपढ़िया परमगत पावै। सो आओ इन्नी को विचार करते हैं।
ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।